ਹੈਲੋ ਸਟੂਡੈਂਟਸ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਰਾਜੇ ਬਹੁਤ ਇੰਪੋਰਟੈਂਟ। ਇਟ ਇਜ਼ ਕਾਲਡ ਕੰਜ਼ਰਵੇਸ਼ਨ ਆਫ ਮਕੈਨੀਕਲ એનર્ਜੀ ਇਨ ਕੇਸ ਆਫ ਫ੍ਰੀਲੀ ਫਾਲਿੰਗ ਬਾਡੀ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ એનર્ਜੀ ਕੰਜ਼ਰਵੇਸ਼ਨ ਦਾ ਪ੍ਰਿੰਸੀਪਲ ਹੁੰਦਾ ਹੈ, ਉਹ ਆਪਾਂ ਨੂੰ ਇਹ ਕਹਿੰਦਾ ਹੈ ਕਿ એનર્ਜੀ ਜਿਹੜੀ ਹੈ ਉਹ ਹਮੇਸ਼ਾ ਕੰਜ਼ਰਵ ਰਹਿੰਦੀ ਹੈ ਕਿਸੇ ਵੀ ਕੇਸ ਦੇ ਵਿੱਚ। ਆਪਾਂ ਇਹ ਵੀ ਪੜ੍ਹਦੇ ਹਾਂ ਕਿ એનર્ਜੀ ਕੈਨ ਨੀਦਰ ਬੀ ਕ੍ਰੀਏਟਿਡ ਨੋਰ ਬੀ ਡਿਸਟਰੋਇਡ ਬਟ ਇਟ ਕੈਨ ਓਨਲੀ ਚੇਂਜ ਫॉर्म फ्रॉम वन इनटू अनदर। कि एनर्जी ना तो बनाई जा सकती है ना ही मिटाई जा सकती है, सिर्फ तो सिर्फ ਉਹਦਾ ਜਿਹੜਾ ਹੈ ਉਹ फॉर्म ही चेंज हो सकता है ਕਿਸੇ ਇੱਕ એનર્ਜੀ ਤੋਂ ਕਿਸੇ ਦੂਸਰੀ એનર્ਜੀ ਤੇ। ਹੁਣ ਕੀ ਹੋਏ ਜੇ ਆਪਾਂ ਇਹਨੂੰ ਪ੍ਰੂਵ ਕਰਨਾ ਹੋਏ ਤਾਂ ਜਿਹੜਾ ਇਹ ਆਰਟੀਕਲ ਹੈ ਇਹ ਇਸ ਨੂੰ ਪ੍ਰੂਵ ਕਰਨ ਦੇ ਵਿੱਚ ਮਦਦ ਕਰੇਗਾ, ਸਹਾਈ ਹੋਏਗਾ। ਪਹਿਲਾਂ ਆਪਾਂ ਇਹਦਾ ਬੇਸਿਕ ਸਟਰਕਚਰ ਸਮਝ ਲਈਏ ਕਿ ਪ੍ਰੂਵ ਆਪਾਂ ਕਰ ਕਿੱਦਾਂ ਰਹੇ ਹਾਂ। ਆਪਾਂ ਇੱਕ ਬॉल ਲਈ ਹੈ ਜਿਹੜੀ ਕਿ ਮੰਨ ਲਓ ਇੱਕ ਪੁਆਇੰਟ A ਤੇ ਪਈ ਹੈ ਔਰ ਇਹ ਬॉल ਡਿੱਗਦੀ ਨੀਚੇ ਪੁਆਇੰਟ C ਤੇ ਆਏਗੀ ਔਰ ਰਸਤੇ ਵਿੱਚ ਇੱਕ ਪੁਆਇੰਟ ਆਏਗਾ B। A ਔਰ C ਦੀ ਜਿਹੜੀ ਦੂਰੀ ਹੈ ਉਹ ਆਪਾਂ h ਹਾਈਟ ਮੰਨੀ ਹੈ ਕਿ ਮੰਨ ਲਓ ਇੱਕ ਰੌਕ ਹੈ, ਇੱਕ ਕੋਈ ਪਹਾੜੀ ਤੇ ਇੱਕ ਬॉल ਪਈ ਹੈ, ਨੀਚੇ ਹਾਈਟ h ਹੈ, ਜ਼ਮੀਨ ਤੇ ਡਿੱਗਣਾ ਹੈ ਇਹਨੇ। ਪ੍ਰੂਵ ਕਰਨ ਦਾ ਤਰੀਕਾ ਕੀ ਰਹੇਗਾ ਆਪਣਾ? ਜੇਕਰ ਆਪਾਂ ਇਹ ਪ੍ਰੂਵ ਕਰ ਪਾਈਏ ਕਿ ਤਿੰਨੇ ਪੁਆਇੰਟਸ ਤੇ A, B ਔਰ C, A ਸ਼ੁਰੂ ਵਾਲਾ ਪੁਆਇੰਟ ਹੈ, B ਵਿੱਚ ਵਾਲਾ ਪੁਆਇੰਟ ਹੈ ਔਰ C ਨੀਚੇ ਵਾਲਾ ਪੁਆਇੰਟ ਹੈ ਜਿੱਥੇ ਉਹਨੇ ਆ ਕੇ ਡਿੱਗਣਾ ਹੈ ਬॉल ਨੇ। ਜੇਕਰ ਆਪਾਂ ਇਹ ਪ੍ਰੂਵ ਕਰ ਪਾਈਏ ਕਿ ਤਿੰਨੇ ਪੁਆਇੰਟਸ ਤੇ એનર્ਜੀ ਦੀ ਵੈਲਿਊ, ਟੋਟਲ એનર્ਜੀ ਦੀ ਵੈਲਿਊ ਸੇਮ ਹੈ, ਤਾਂ ਆਪਾਂ ਇਹ ਪ੍ਰੂਵ ਕਰ ਸਕਦੇ ਹਾਂ ਕਿ ਪੂਰੇ ਜਰਨੀ ਦੇ ਦੌਰਾਨ, ਪੂਰੇ ਸਫ਼ਰ ਦੇ ਦੌਰਾਨ ਜਿਹੜੀ એનર્ਜੀ ਦੀ ਵੈਲਿਊ ਹੈ ਉਹ ਇੱਕ ਹੀ ਰਹਿੰਦੀ ਹੈ, ਹੈਂਸ એનર્ਜੀ ਇਜ਼ ਕੰਜ਼ਰਵਡ। ਤਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਕੰਮ ਹੋਏਗਾ, ਆਪਾਂ ਇਹ ਪੁਆਇੰਟ ਤੇ એનર્ਜੀ ਕੱਢਾਂਗੇ। ਸੋ ਲੈਟ ਅਸ ਕੈਲਕੂਲੇਟ the energy at point A। ਪੁਆਇੰਟ ਤੇ ਜਦੋਂ ਆਪਾਂ એનર્ਜੀ ਨੂੰ ਕੈਲਕੂਲੇਟ ਕਰਾਂਗੇ ਤਾਂ ਹੋਏਗਾ ਕਿ ਆਪਾਂ ਪੁਆਇੰਟ A ਤੇ ਦੋ ਤਰ੍ਹਾਂ ਦੀ એનર્ਜੀ ਕੱਢਾਂਗੇ। ਪਹਿਲੀ ਹੋਏਗੀ ਕਾਈਨੈਟਿਕ એનર્ਜੀ, ਦੂਸਰੀ ਹੋਏਗੀ ਪੋਟੈਂਸ਼ੀਅਲ એનર્ਜੀ, ਫਿਰ ਕੱਢੀ ਜਾਊਗੀ ਟੋਟਲ એનર્ਜੀ। ਕਾਈਨੈਟਿਕ એનર્ਜੀ ਦਾ ਫਾਰਮੂਲਾ ਅਸੀਂ ਜਾਣਦੇ ਹਾਂ, ਹਾਫ mv² ਹੁੰਦਾ ਹੈ। ਕਿਉਂਕਿ ਇਹ ਪੁਆਇੰਟ ਤੇ ਇਹ ਸਟੇਬਲ ਪਈ ਹੈ, ਇਸ ਦੀ ਕੋਈ ਵੈਲੋਸਿਟੀ ਨਹੀਂ ਹੈ, ਜੇਕਰ v ਨੂੰ ਮੈਂ 0 ਪੁੱਟ ਕਰਾਂ ਤਾਂ ਹੋਏਗਾ ਕਿ ਇਹ ਹਾਫ mv 0 ਦਾ ਸਕੇਅਰ, ਟੋਟਲ ਵੈਲਿਊ ਕਿੰਨੀ ਆ ਜਾਏਗੀ 0। ਔਰ ਜੇਕਰ ਮੈਂ ਪੋਟੈਂਸ਼ੀਅਲ એનર્ਜੀ ਕੱਢੂੰਗਾ ਤਾਂ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਆਏਗਾ mgh। ਕਿਉਂ? ਕਿਉਂਕਿ ਇਹ h ਹਾਈਟ ਤੇ ਪਈ ਹੈ। ਔਰ ਟੋਟਲ એનર્ਜੀ ਹਮੇਸ਼ਾ ਕਿਵੇਂ ਕੱਢਦੇ ਹਾਂ ਆਪਾਂ? ਕਾਈਨੈਟਿਕ ਪਲੱਸ ਪੋਟੈਂਸ਼ੀਅਲ, ਤਾਂ ਇਹ ਆਏਗੀ 0 ਪਲੱਸ mgh। ਤਾਂ ਟੋਟਲ એનર્ਜੀ ਜਿਹੜੀ ਮੇਰੀ ਪੁਆਇੰਟ A ਤੇ ਆਈ ਹੈ ਉਹਦੀ ਵੈਲਿਊ ਆ ਗਈ ਜੀ mgh। ਨਾਓ ਲੈਟ ਅਸ ਡੂ ਐਟ ਪੁਆਇੰਟ B। ਸੇਮ ਕੈਲਕੂਲੇਸ਼ਨ ਆਪਾਂ ਹੁਣ ਕਰਾਂਗੇ ਜੀ B ਪੁਆਇੰਟ ਤੇ। ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਪੋਟੈਂਸ਼ੀਅਲ એનર્ਜੀ ਦੀ, ਤਾਂ B ਪੁਆਇੰਟ ਇੱਥੇ ਪਹੁੰਚ ਗਈ। ਹੁਣ ਬॉल ਡਿੱਗਦੀ ਇੱਥੇ ਆ ਗਈ। B ਪੁਆਇੰਟ ਤੋਂ ਨੀਚੇ ਦੀ ਹਾਈਟ ਹੈ h ਮਾਈਨਸ x, ਤਾਂ mgh ਫਾਰਮੂਲਾ ਹੁੰਦਾ ਹੈ। h ਦੀ ਥਾਂ ਤੇ ਮੈਂ ਪਾਊਂਗਾ ਜੀ h ਮਾਈਨਸ x, ਤਾਂ ਮੇਰੀ ਜਿਹੜੀ ਟੋਟਲ એનર્ਜੀ ਆ ਜਾਏਗੀ ਉਹ ਬਣ ਜਾਏਗੀ mgh ਮਾਈਨਸ x। ਸਿਮਿਲਰਲੀ ਐਸ B ਪੁਆਇੰਟ ਤੇ ਕਾਈਨੈਟਿਕ એનર્ਜੀ ਕਿਵੇਂ ਕੱਢ ਸਕਦੇ ਹਾਂ? ਆਪਾਂ ਨੂੰ ਪਤਾ ਹੈ ਫਾਰਮੂਲਾ ਹਾਫ mv² ਹੁੰਦਾ ਹੈ, ਬਟ ਇੱਥੇ ਮੈਨੂੰ v ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤਾਂ ਮੈਨੂੰ ਪਹਿਲਾਂ v ਕੱਢਣੀ ਪਏਗੀ। v ਦੇ ਲਈ ਮੈਂ ਇਕੁਏਸ਼ਨ ਆਫ ਮੋਸ਼ਨ ਲਗਾਊਂਗਾ, v² ਮਾਈਨਸ u² ਇਜ਼ ਇਕੁਅਲ ਟੂ 2as। ਕਿਉਂਕਿ ਇਨੀਸ਼ੀਅਲ ਵੈਲੋਸਿਟੀ 0 ਸੀ ਤਾਂ u ਨੂੰ 0 ਪੁੱਟ ਕਰ ਸਕਦੇ ਹਾਂ। v² ਇਜ਼ ਇਕੁਅਲ ਟੂ 2, a ਦੀ ਥਾਂ ਤੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ g ਲਿਖ ਸਕਦੇ ਹਾਂ। s ਦੀ ਥਾਂ ਤੇ ਜਿੰਨਾ ਡਿਸਟੈਂਸ ਟਰੈਵਲ ਕੀਤਾ ਅਪ ਟੂ ਪੁਆਇੰਟ B, ਤਾਂ B ਪੁਆਇੰਟ ਤੱਕ ਦਾ ਡਿਸਟੈਂਸ ਕਿੰਨਾ ਟਰੈਵਲ ਕੀਤਾ ਹੈ ਉਸਨੇ? x, ਤਾਂ ਇੱਥੇ ਆਪਾਂ x ਲਿਖ ਸਕਦੇ ਹਾਂ। ਤਾਂ v² ਦੀ ਵੈਲਿਊ ਮੇਰੇ ਕੋਲ ਆ ਗਈ 2gx। ਇਸੇ v² ਨੂੰ ਮੈਂ ਇਹਦੇ 'ਚ ਪੁੱਟ ਕਰੂੰਗਾ ਤਾਂ ਮੇਰੇ ਕੋਲ ਆਨਸਰ ਕੀ ਆਏਗਾ? ਹਾਫ m ਇੰਟੂ 2gx। 2 ਦੇ ਨਾਲ 2 ਕੈਂਸਲ ਆਊਟ ਐਂਡ ਆਈ ਵਿਲ ਗੈਟ ਮਾਈ ਆਨਸਰ ਐਜ਼ mgx। ਬਟ ਹਾਲੇ ਆਪਣਾ ਕੰਮ ਖਤਮ ਨਹੀਂ ਹੋਇਆ, ਬਿਕੋਜ਼ ਆਪਾਂ ਇੱਥੇ ਟੋਟਲ એનર્ਜੀ ਕੱਢਾਂਗੇ B ਪੁਆਇੰਟ ਦੀ। ਅਗੇਨ ke ਪਲੱਸ pe ਹੋਏਗਾ। ke ਦੀ ਵੈਲਿਊ ਕਿੰਨੀ ਸੀ? mgx। pe ਦੀ ਵੈਲਿਊ ਕਿੰਨੀ ਹੈ ਜੀ? mg
एच माइनस एक्स ब्रैकेट्स ਨੂੰ ਖੋਲਾਂਗੇ ਆਪਾਂ एम जी एक्स प्लस एम जी एच माइनस एम जी एक्स तो अगेन टोटल एनर्जी मेरे को बी पॉइंट ते कितनी आ गई जी इट कम्स आउट टू बी एम जी एच जी कि ए पॉइंट की एनर्जी सी वही बी दी आई है। हुण मेरे को एक पॉइंट रह गया है सिर्फ सी। जेकर मैं सी पॉइंट ते सेम एनर्जी कढ़ पाऊँगा तो मैं बड़े ईजीली प्रूव कर सकता हाँ कि जी एनर्जी है वो कंजर्व है। एक बार डायग्राम दोबारा देख लीए। हुण बॉल डिगदी डिगदी अपने कित्थे आ चुकी है पॉइंट सी ते तो उही काम आपां फिर करांगे। जदों पॉइंट सी ते आ गई की कोई हाइट बची है बिल्कुल नहीं, हाइट की वैल्यू हो गई है 0। तो जेकर हाइट 0 है तो टोटल एनर्जी पोटेंशियल कितनी हो जाएगी 0 हो जाएगी। काइनैटिक एनर्जी का फॉर्मूला असी जानते हाँ हाफ एम वी स्केयर हुंदा है। जेकर हाफ एम वी स्केयर हुंदा है तो इत्थे आपां नूं वी कढ़ना पएगा। अगेन वही फॉर्मूला वी स्केयर माइनस यू स्क्वायर इज इक्वल टू 2as बट इनीशियल वेलोसिटी 0 लै सकते हाँ और वी स्केयर नूं की लिख सकते हाँ 2a की थां ते रिप्लेस करांगे g एक्सलरेशन ड्यू टू ग्रैविटी। टोटल डिस्टेंस ए तो लैके सी तक का डिस्टेंस कितना मन्निया जाता है जी h। तो ये वैल्यू नूं आपां इत्थे पुट कर देंगे हाफ एम 2gh। तो आंसर आ गया जी mgh। सिमिलरली टोटल एनर्जी किवें कढ़ सकते हाँ PE प्लस KE आंसर आ जाएगा 0 प्लस mgh इज इक्वल टू mgh। तो आप देख सकते हाँ एनर्जी एट पॉइंट A इज इक्वल टू पॉइंट B इज इक्वल टू पॉइंट C। तिना पॉइंट्स ते एनर्जी की वैल्यू mgh आई है। इस करके वी कैन से दैट एनर्जी इज कंजर्व्ड। तो ये जी बहुत इंपॉर्टेंट आर्टिकल। उम्मीद है तुहानू सारिਆਂ ਨੂੰ समझ आ जाएगा। थैंक यू सो मच।